Dear students, welcome back. Our today's topic is basic linguistic principles. कि एक लैंग्वेज ਨੂੰ ਸਿਖਾਉਣ ਦੇ ਲਈ ਜਿਹੜੇ ਬੇਸਿਕ ਪ੍ਰਿੰਸੀਪਲਸ ਨੇ ਉਹ ਕਿਹੜੇ-ਕਿਹੜੇ ਹੁੰਦੇ ਆ। ਫਰਸਟ ਇਜ਼ ਇਮੀਟੇਸ਼ਨ. ਲਰਨਿੰਗ ਆਫ ਐਨੀ ਲੈਂਗੁਏਜ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਇਮੀਟੇਸ਼ਨ. ਇਮੀਟੇਸ਼ਨ ਮੀਨਸ ਨਕਲ. ਨਕਲ ਦਾ ਜਿਹੜਾ ਸਿਧਾਂਤ ਹੈ ਉਹ ਫਰਸਟ ਹੈ. ਇਨ ਫੈਕਟ ਇਮੀਟੇਸ਼ਨ ਇਜ਼ ਨੈਚੁਰਲ ਟੂ ਮੈਨ. ਫਰੋਮ ਚਾਈਲਡਹੁੱਡ language is best learned through imitations. It is very true in the case of small children. ਹੁਣ ਛੋਟੇ ਬੱਚੇ ਹੁੰਦੇ ਆ, ਅਸੀਂ ਉਹਨੂੰ ਜਦੋਂ ਲੈਂਗੁਏਜ ਸਿਖਾਉਣੀ ਤਾਂ ਅਸੀਂ ਕਿਸ ਢੰਗ ਨਾਲ ਸਿਖਾਉਂਦੇ ਹਾਂ? ਅਸੀਂ ਬੱਚੇ ਦੇ ਸਾਹਮਣੇ ਪਹਿਲਾਂ ਬੋਲਦੇ ਹਾਂ ਅਤੇ ਬੱਚਾ ਸਾਨੂੰ ਕਾਪੀ ਕਰਦਾ, ਸਾਡੀ ਇਮੀਟੇਸ਼ਨ ਕਰਦਾ, ਨਕਲ ਕਰਦਾ, ਉਸ ਤਰੀਕੇ ਨਾਲ ਹੀ ਬੱਚਾ ਬੋਲਦਾ ਹੈ. ਹੀ ਇਜ਼ ਇਗਨੋਰੈਂਟ ਆਫ ਦ ਰੂਲਸ ਆਫ ਗ੍ਰਾਮਰ. ਗ੍ਰਾਮਰ ਦੇ ਰੂਲਸ ਦੀ ਕੋਈ ਬੱਚੇ ਨੂੰ ਨੌਲੇਜ ਨਹੀਂ ਹੁੰਦੀ, ਬਟ ਸਟਿਲ ਹੀ ਇਜ਼ ਏਬਲ ਟੂ ਸਪੀਕ ਲੈਂਗੁਏਜ ਕਰੈਕਟਲੀ. ਦ ਸੇਮ ਪ੍ਰਿੰਸੀਪਲ ਕੈਨ ਹੈਲਪ ਇਨ ਦਾ ਲਰਨਿੰਗ ਆਫ ਸੈਕਿੰਡ ਲੈਂਗੁਏਜ. ਮੀਨ ਜਦੋਂ ਅਸੀਂ ਇੰਗਲਿਸ਼ ਬੱਚੇ ਨੂੰ ਸਿਖਾਉਣੀ ਹੈ ਤਾਂ ਜਿਹੜਾ ਇਮੀਟੇਸ਼ਨ ਨਕਲ ਦਾ ਜਿਹੜਾ ਸਿਧਾਂਤ ਆ ਉਹਨੂੰ ਧਿਆਨ ਵਿੱਚ ਰੱਖਣਾ. ਸੈਕਿੰਡ ਇਜ਼ ਪ੍ਰੈਕਟਿਸ ਐਂਡ ਡਰਿਲ. ਲਰਨਿੰਗ ਆਫ ਅ ਲੈਂਗੁਏਜ ਇਜ਼ ਅ ਹੈਬਿਟ ਫਾਰਮੇਸ਼ਨ ਪ੍ਰੋਸੈਸ. Habits are formed through repetition, continuous practice and drill work needed for it. When we are doing efforts to a second language, how to learn? Then it needed more practice and drill. All aspects of language learning like listening, speaking, reading and writing can be acquired after a lot of practice. To know the language, it is the use its patterns of construction with appropriate vocabulary at normal speed for communication. Practice makes a man perfect. Learning a language is more a matter of skill rather than of knowledge. So it needed more practice and drill. Third is oral approach. Language is more connected with ears and tongue. Means ਜਿਹੜੀ ਜ਼ਿਆਦਾ ਕਨੈਕਟਡ ਕਿਹਦੇ ਨਾਲ ਆ? ਈਅਰਸ ਤੇ ਟੰਗ ਦੇ ਨਾਲ. ਹੁਣ ਕੰਨਾਂ ਦੇ ਨਾਲ ਅਸੀਂ ਸੁਣਨਾ ਹੈ ਅਤੇ ਜੀਭ ਦੇ ਨਾਲ ਅਸੀਂ ਬੋਲਣਾ ਹੈ. ਸੋ ਇਨ ਦਾ ਟੀਚਿੰਗ ਆਫ ਇੰਗਲਿਸ਼ ਔਰਲ ਵਰਕ ਸ਼ੁੱਡ ਬੀ ਗਿਵਨ ਟੋਪ ਮੋਸਟ ਪ੍ਰਾਇਓਰਟੀ. ਕਿ ਬੱਚਿਆਂ ਨੂੰ ਅਸੀਂ ਕਿਹੜਾ ਕੰਮ ਕਰਵਾਉਣਾ ਹੈ? ਔਰਲ ਵਰਕ. ਇਸ ਕਰਕੇ ਜਿਹੜੀ ਔਰਲ ਅਪਰੋਚ ਆ ਉਹ ਇਹਦੇ ਵਿੱਚ ਧਿਆਨ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ. ਇਫ ਅ ਸਟੂਡੈਂਟ ਇਜ਼ ਗੁੱਡ ਐਟ ਸਪੋਕਨ ਇੰਗਲਿਸ਼, ਹੀ ਵਿਲ ਆਟੋਮੈਟਿਕਲੀ ਬੀ ਗੁੱਡ ਇਨ ਰੀਡਿੰਗ ਐਂਡ ਰਾਈਟਿੰਗ ਆਫ ਦਾ ਲੈਂਗੁਏਜ. ਹੁਣ ਜਿਹੜਾ ਸਟੂਡੈਂਟ ਹੈ ਉਹਦੀ ਸਪੋਕਨ ਬਹੁਤ ਅੱਛੀ ਹੈ ਇੰਗਲਿਸ਼ ਦੀ, ਤਾਂ ਉਹ ਭਾਵੇਂ ਕਿਸੇ ਵੀ ਲੈਂਗੁਏਜ ਦੀ ਅਸੀਂ ਗੱਲ ਕਰੀਏ ਤਾਂ ਉਹਦੀ ਜਿਹੜੀ ਰੀਡਿੰਗ ਅਤੇ ਰਾਈਟਿੰਗ ਹੈ ਉਹ ਵੀ ਵਧੀਆ ਹੋਏਗੀ. ਨੈਕਸਟ ਹੈ ਸਿਲੈਕਸ਼ਨ ਐਂਡ ਗ੍ਰੇਡੇਸ਼ਨ. While teaching a foreign language, selection and gradation of the content items should be done. Selection may be done in terms of grammatical terms, items, vocabulary and structures. ਹੁਣ selection ਕਿਸ ਤਰ੍ਹਾਂ ਦੀ? ਇੱਕ ਤਾਂ grammatical items, ਫਿਰ vocabulary, then structures. It should be based on teachability, applicability and usefulness of the language items. ਹੁਣ ਅਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਸਿਲੈਕਸ਼ਨ ਕਰਨੀ ਹੈ ਕਿ ਜੋ ਪੜ੍ਹਾਇਆ ਜਾਣਾ ਹੈ ਉਹਨੂੰ ਸਿਲੈਕਟ ਕਰਨਾ ਹੈ. ਜੋ ਚੀਜ਼ ਐਪਲੀਕੇਬਲ ਹੈ ਉਹਦੀ ਐਪਲੀਕੇਬਿਲਿਟੀ ਦੇਖਣੀ ਹੈ ਕਿ ਕਿੰਨਾ ਕੁ ਐਪਲੀਕੇਬਲ ਹੈ, ਫਿਰ ਉਹਦੀ ਯੂਜ਼ਫੁਲਨੈਸ ਦੇਖਣੀ ਹੈ ਅਸੀਂ ਨੇ. ਗ੍ਰੇਡੇਸ਼ਨ ਮੀਨਸ ਪੁਟਿੰਗ ਦਾ ਆਈਟਮਸ ਇਨ ਦਾ ਆਰਡਰ ਆਫ ਪ੍ਰੈਜੈਂਟੇਸ਼ਨ. ਗ੍ਰੇਡ ਕਰਨਾ ਮੀਨਸ ਕਿਹੜੀ ਚੀਜ਼ ਨੂੰ ਫਸਟ ਮੀਨਸ ਪ੍ਰਾਇਓਰਟੀ ਬੇਸ 'ਤੇ ਸਿਖਾਉਣਾ ਹੈ, ਉਹਦੇ ਅਕੋਰਡਿੰਗ ਉਹਨੂੰ ਫਸਟ ਅਤੇ ਜਿਹੜੀ ਦੂਸਰੀ ਆਈਟਮ ਆ ਉਹਨੂੰ ਸੈਕਿੰਡ 'ਤੇ ਰੱਖਣਾ. ਦਾ ਆਈਟਮ ਸਿਲੈਕਟਡ ਸ਼ੁੱਡ ਬੀ ਗ੍ਰੇਡਡ ਪ੍ਰੋਪਰਲੀ. Grading should be done on the basis of sound according to the use of words, lexical groupings, words that convey similar meanings. ਹੁਣ ਅਸੀਂ ਕਿਸ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਜਿਹੜੇ ਵਰਡਸ ਬੱਚੇ ਦੇ ਜ਼ਿਆਦਾ ਯੂਜ਼ ਹੁੰਦੇ ਆ ਉਹਦੇ ਅਕੋਰਡਿੰਗ ਵੀ ਅਸੀਂ ਗ੍ਰੇਡੇਸ਼ਨ ਕਰ ਸਕਦੇ ਹਾਂ, ਲੈਕਸੀਕਲ ਗਰੁੱਪਿੰਗਸ ਵੀ ਬਣਾ ਸਕਦੇ ਹਾਂ, ਅਤੇ ਜਿਹੜੇ ਸਿਮਿਲਰ ਮੀਨਿੰਗ ਵਾਲੇ ਵਰਡਸ ਨੇ, ਕੋਈ ਸਿਮਿਲਰ ਵਰਡ ਦਾ ਮੀਨਿੰਗ ਕਨਵੇ ਹੁੰਦਾ ਹੋਵੇ, ਅਸੀਂ ਉਹਦੇ ਅਕੋਰਡਿੰਗ ਵੀ ਜਿਹੜੀ ਗ੍ਰੇਡੇਸ਼ਨ ਆ ਉਹ ਕਰ ਸਕਦੇ ਹਾਂ. ਨੈਕਸਟ ਇਜ਼ ਮੋਟੀਵੇਸ਼ਨ. ਮੋਟੀਵੇਸ਼ਨ ਮੀਨਸ ਕਿ ਬੱਚੇ ਨੂੰ ਪ੍ਰੇਰਿਤ ਕਰਨਾ ਸਿੱਖਣ ਦੇ ਲਈ, ਉਹਨੂੰ ਤਿਆਰ ਕਰਨਾ ਹੈ. ਮੋਟੀਵੇਸ਼ਨ ਇਜ਼ ਆਫ ਗ੍ਰੇਟ ਇੰਪੋਰਟੈਂਸ ਇਨ ਦਾ ਟੀਚਿੰਗ ਲਰਨਿੰਗ ਆਫ ਫੋਰਨ ਲੈਂਗੁਏਜ. ਮੀਨ ਜਦੋਂ ਅਸੀਂ ਇਹ ਫੋਰਨ ਲੈਂਗੁਏਜ ਜਾਂ ਸੈਕਿੰਡ ਲੈਂਗੁਏਜ ਬੱਚੇ ਨੂੰ ਇੰਗਲਿਸ਼ ਸਿਖਾਉਣੀ ਹੈ ਤਾਂ ਉਹਦੇ ਲਈ ਸਭ ਤੋਂ ਜ਼ਿਆਦਾ ਜਿਹੜਾ ਮੇਨ ਪ੍ਰਿੰਸੀਪਲ ਉਹਨੂੰ ਹੀ ਧਿਆਨ ਵਿੱਚ ਰੱਖਣਾ ਕਿ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਵੇ.
Language is learned quickly if the students are made interested in it. ਹੁਣ ਜਿਹੜੀ ਲੈਂਗੁਏਜ ਆ ਉਹ ਬੱਚੇ ਕੁਇਕਲੀ ਸਿੱਖ ਸਕਦੇ ਨੇ, ਤੇਜ਼ੀ ਨਾਲ ਸਿੱਖ ਸਕਦੇ ਨੇ, ਜੇਕਰ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਉਹਦੇ ਵਿੱਚ ਮੇਨਟੇਨ ਕੀਤਾ ਜਾਵੇ। ਹੁਣ ਇੰਟਰਸਟ ਕਿਸ ਤਰੀਕੇ ਨਾਲ ਮੇਨਟੇਨ ਕੀਤਾ ਜਾ ਸਕਦਾ? ਥਰੂ ਮੋਟੀਵੇਸ਼ਨ। That's why the language teacher makes use of different types of aids in his class. He also applies interesting methods like activity method, playway method. In this way, the learners are able to learn things better and they can retain these things in their minds for a long time. ਹੁਣ ਜਿਹੜਾ ਟੀਚਰ ਆ ਉਹ ਕਲਾਸ ਦੇ ਵਿੱਚ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਟੀਚਿੰਗ ਏਡਸ ਨੂੰ ਯੂਜ਼ ਕਰਦਾ। ਕਿਉਂ ਯੂਜ਼ ਕਰਦਾ? ਤਾਂ ਜੋ ਜਿਹੜੇ ਬੱਚੇ ਨੇ ਉਹ ਲੈਂਗੁਏਜ ਨੂੰ ਬੈਟਰ ਲਰਨ ਕਰ ਸਕਣ ਅਤੇ ਜ਼ਿਆਦਾ ਦੇਰ ਤੱਕ ਉਹਨੂੰ ਯਾਦ ਰੱਖ ਸਕਣ। ਨੈਕਸਟ ਇਜ਼ ਨੈਚੁਰਲ ਵੇ ਆਫ ਟੀਚਿੰਗ ਲਰਨਿੰਗ। ਐਵਰੀ ਲੈਂਗੁਏਜ ਸ਼ੁੱਡ ਬੀ ਟੌਟ ਇਨ ਦ ਨੈਚੁਰਲ ਵੇ। ਕੋਈ ਵੀ ਜਿਹੜੀ ਲੈਂਗੁਏਜ ਆ ਉਹਨੂੰ ਜਿਹੜਾ ਨੈਚੁਰਲ ਵੇ ਹੁੰਦਾ, ਕੁਦਰਤੀ ਤਰੀਕਾ ਹੁੰਦਾ, ਉਹਦੇ ਨਾਲ ਹੀ ਉਹਨੂੰ ਸਿਖਾਇਆ ਜਾਣਾ ਚਾਹੀਦਾ। ਲਿਸਨਿੰਗ ਐਂਡ ਸਪੀਕਿੰਗ ਸ਼ੁੱਡ ਬੀ ਔਨ ਦਾ ਪ੍ਰਾਇਓਰਟੀ ਬੇਸ। ਹੁਣ ਜੋ ਲਿਸਨਿੰਗ ਅਤੇ ਸਪੀਕਿੰਗ ਹੈ ਉਹਨੂੰ ਪ੍ਰਾਇਓਰਟੀ ਦੇਣੀ ਹੈ। ਆਫਟਰ ਦੈਟ ਰੀਡਿੰਗ ਐਂਡ ਰਾਈਟਿੰਗ ਵਰਕ ਸ਼ੁੱਡ ਬੀ ਡਨ। ਦ ਟੀਚਰ ਸ਼ੁੱਡ ਲੇ ਮੋਰ emphasis on the first two aspects, listening and speaking. Then the learners will automatically be good at reading and writing of the language. Next है multiple line of language is context and situation. Language is taught so that the learners are able to make use of it in their day to day life situations. ਹੁਣ ਜਿਹੜੀ ਵੀ ਕੋਈ ਵੀ ਲੈਂਗੁਏਜ ਆ ਉਹ ਬੱਚੇ ਨੂੰ ਕਿਉਂ ਸਿਖਾਈ ਜਾਂਦੀ ਹੈ? ਤਾਂ ਜੋ ਜਿਹੜੇ ਬੱਚੇ ਆਪਣੀ ਡੇ ਟੂ ਡੇ ਲਾਈਫ ਦੀਆਂ ਸਿਚੁਏਸ਼ਨਸ ਨੇ ਉਹਦੇ ਵਿੱਚ ਉਹਨੂੰ ਈਜ਼ੀਲੀ ਯੂਜ਼ ਕਰ ਸਕਣ। ਦ ਫੰਡਾਮੈਂਟਲ ਲੈਂਗੁਏਜ ਆਈਟਮਸ ਆਰ ਵੋਕੈਬਲਰੀ, ਸਟਰਕਚਰਸ ਐਂਡ ਗ੍ਰਾਮਰ। ਹੁਣ ਕੋਈ ਵੀ ਲੈਂਗੁਏਜ ਜਿਹੜੀ ਸਿਖਾਉਣੀ ਹੈ ਤਾਂ ਉਹਦੇ ਫੰਡਾਮੈਂਟਲਸ ਕੀ ਨੇ? ਵੋਕੈਬਲਰੀ ਹੈ, ਬੱਚੇ ਨੂੰ ਵੋਕੈਬਲਰੀ ਆਉਂਦੀ ਹੋਣੀ ਚਾਹੀਦੀ ਹੈ, ਸਟਰਕਚਰ ਪਤਾ ਹੋਣਾ ਚਾਹੀਦਾ ਅਤੇ ਗ੍ਰਾਮਰ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਵੋਕੈਬਲਰੀ ਆਈਟਮਸ ਸ਼ੁੱਡ ਬੀ ਟੌਟ ਵਿਦ ਦ ਹੈਲਪ ਆਫ ਸਟਰਕਚਰਸ। ਜਦੋਂ ਵੋਕੈਬਲਰੀ ਆਈਟਮਸ ਪੜ੍ਹਾਉਣੀ ਹੈ ਤਾਂ ਕਿਸ ਚੀਜ਼ ਦੀ ਹੈਲਪ ਦੇ ਨਾਲ? ਸਟਰਕਚਰ ਦੀ ਹੈਲਪ ਦੇ ਨਾਲ ਪੜ੍ਹਾਉਣੀ ਹੈ। ਨਿਊ ਸਟਰਕਚਰ ਸ਼ੁੱਡ ਬੀ ਟੌਟ ਵਿਦ ਦ ਹੈਲਪ ਆਫ ਓਲਡ ਵੋਕੈਬਲਰੀ ਆਲਰੇਡੀ ਨੋਨ, ਜਿਹੜੀ ਕਿ ਬੱਚੇ ਨੂੰ ਪਹਿਲਾਂ ਦੇਖੋ ਪਤਾ ਹੋਏਗੀ। ਫਸਟ ਬੱਚੇ ਨੂੰ ਵੋਕੈਬਲਰੀ ਪਤਾ ਹੋਏਗੀ ਅਤੇ ਉਹਦੇ ਬੇਸ 'ਤੇ ਬੱਚੇ ਨੂੰ ਸਟਰਕਚਰ ਬਾਰੇ ਸਿਖਾਉਣਾ ਹੈ। ਦ ਡਿਫਰੈਂਟ ਸੈਂਟੈਂਸ ਪੈਟਰਨਸ ਸ਼ੁੱਡ ਬੀ ਟੌਟ ਬਾਈ ਕ੍ਰੀਏਟਿੰਗ ਮੀਨਿੰਗਫੁਲ ਸਿਚੁਏਸ਼ਨਸ। Next is multiple line of approach. In the teaching of a foreign language, the multiple line of approach is the unique importance. ਹੁਣ ਜਦੋਂ ਅਸੀਂ ਕੋਈ ਵੀ ਨਵੀਂ ਲੈਂਗੁਏਜ ਸਿੱਖਦੇ ਹਾਂ ਤਾਂ ਉਹਦੇ ਵਿੱਚ ਸਾਰਿਆਂ 'ਚ ਮਲਟੀਪਲ ਲਾਈਨ ਹੁੰਦੀ ਹੈ ਅਤੇ ਉਸ ਅਪਰੋਚ ਨੂੰ ਫੋਲੋ ਕਰਨਾ ਜ਼ਰੂਰੀ ਹੁੰਦਾ ਹੈ। ਫੋਰ ਐਗਜ਼ਾਮਪਲ ਦ ਪੋਸਟਮੈਨ ਐਸੇ ਇਨ ਦ ਕਲਾਸ ਬਾਈ ਦ ਟੀਚਰ ਪੜ੍ਹਾਇਆ ਜਾ ਰਿਹਾ। The students are given oral practice and writing practice on this topic. ਹੁਣ ਜਿਹੜਾ ਇਹ ਟੌਪਿਕ ਲਿਆ ਦ ਪੋਸਟਮੈਨ, ਇਹਦੇ ਉੱਪਰ ਟੀਚਰ ਨੇ ਕੀ ਕਰਾਉਣਾ ਹੈ? ਔਰਲ ਪ੍ਰੈਕਟਿਸ ਅਤੇ ਜਿਹੜੀ ਰਿਟਨ ਪ੍ਰੈਕਟਿਸ ਕਰਾਉਣੀ ਹੈ। ਹੁਣ ਜੋ ਸਪੈਲਿੰਗ ਪ੍ਰੈਕਟਿਸ ਹੈ ਉਹ ਇਜ਼ ਆਲਸੋ ਗਿਵਨ ਬਾਏ ਟੇਕਿੰਗ ਅਪ ਵਰਡਸ ਫਰੋਮ ਦਾ ਸੇਮ ਟੌਪਿਕ। ਹੁਣ ਕਿਹੜੀ ਪ੍ਰੈਕਟਿਸ ਹੈ? ਸਪੈਲਿੰਗਸ ਵਾਲੀ, ਤਾਂ ਜੋ ਜਿਹੜੇ ਬੱਚੇ ਨੇ ਸਪੈਲਿੰਗਸ ਨੂੰ ਇੰਪਰੂਵ ਕਰ ਸਕਣ। ਇਹ ਪ੍ਰੈਕਟਿਸ ਕਿਸ ਤਰੀਕੇ ਨਾਲ ਕਰਾਈ ਜਾਏਗੀ? ਸੇਮ ਟੌਪਿਕ ਦੇ ਵਿੱਚੋਂ ਲੈ ਕੇ ਦ ਪੋਸਟਮੈਨ ਜੋ ਟੌਪਿਕ ਲਿਆ। For translation exercise, sentences are taken up from the essay. ਹੁਣ ਜਦੋਂ ਅਸੀਂ ਟਰਾਂਸਲੇਸ਼ਨ ਐਕਸਰਸਾਈਜ਼ ਕਰਾਉਣੀ ਹੈ ਤਾਂ ਜਿਹੜੇ ਸੈਂਟੈਂਸਸ ਨੇ ਅਸੀਂ ਇਹਦੇ ਵਿੱਚੋਂ ਹੀ ਲਵਾਂਗੇ। For teaching some grammatical items, the contents of the essay are used. ਹੁਣ ਜਦੋਂ ਅਸੀਂ ਗ੍ਰਾਮੈਟੀਕਲ ਨੌਲੇਜ ਦੇਣੀ ਹੈ ਬੱਚੇ ਨੂੰ ਤਾਂ ਇਸੇ ਐਸੇ ਦੇ ਵਿੱਚੋਂ ਅਸੀਂ ਜਿਹੜੇ ਕੰਟੈਂਟ ਆ ਉਹ ਯੂਜ਼ ਕਰਾਂਗੇ। ਇਟ ਮੀਨਸ ਕਿ ਜਦੋਂ ਅਸੀਂ ਲੈਂਗੁਏਜ ਸਿਖਾਉਣੀ ਹੈ ਤਾਂ ਇੱਕੋ ਚੀਜ਼ ਦੇ ਵਿੱਚੋਂ ਅਸੀਂ ਜਿਹੜੀ ਮਲਟੀਪਲ ਲਾਈਨ ਆਫ ਅਪਰੋਚ ਉਹ ਯੂਜ਼ ਕਰਨੀ ਹੈ। ਇਹ ਨਹੀਂ ਹੈ ਕਿ ਅਸੀਂ ਲੈਂਗੁਏਜ ਗ੍ਰਾਮਰ ਸਿਖਾਉਣੀ ਹੈ ਤਾਂ ਅਲੱਗ ਤਰੀਕੇ ਦੀ ਯੂਜ਼ ਕਰਾਂਗੇ, ਕੋਈ ਸੈਂਟੈਂਸ ਮੇਕਿੰਗ ਸਿਖਾਉਣਾ ਹੈ, ਸੈਂਟੈਂਸ ਫਾਰਮੇਸ਼ਨ ਸਿਖਾਉਣੀ ਹੈ ਤਾਂ ਅਲੱਗ ਯੂਜ਼ ਕਰਾਂਗੇ, ਨਹੀਂ। ਨੈਕਸਟ ਹੈ ਬੈਲੈਂਸਡ ਅਪਰੋਚ। ਬੈਲੈਂਸਡ ਮੀਨਸ ਜਿਹਦੇ ਵਿੱਚ ਪੂਰਾ ਸੰਤੁਲਿਤ ਬਣ ਸਕਦਾ ਹੋਵੇ, ਸੰਤੁਲਨ ਹੋਵੇ। ਕੋਈ ਚੀਜ਼ ਦੇ ਉੱਪਰ ਜ਼ੋਰ ਦੇਣਾ, ਫੋਕਸ ਕਰਨਾ ਹੈ ਤਾਂ ਉਹ ਸਾਰਿਆਂ ਨੂੰ ਇਕੁਅਲੀ ਰੱਖਣਾ। While teaching the language, the teacher should see that the different aspects of it are fully taken care of. Means ਇੱਕ ਲੈਂਗੁਏਜ ਨੂੰ ਸਿਖਾਉਣ ਦੇ ਵਿੱਚ ਜਿੰਨੀਆਂ ਵੀ ਉਹਦੀਆਂ ਸਕਿੱਲਸ ਹੁੰਦੀਆਂ ਨੇ ਜਾਂ ਜਿੰਨੇ ਕੋਈ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਨਾਂ ਸਾਰਿਆਂ ਦੇ ਉੱਪਰ ਹੀ ਫੋਕਸ ਕਰਨਾ। ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ ਸ਼ੁੱਡ ਬੀ ਇਕੁਅਲੀ ਐਮਫਸਾਈਜ਼ਡ। ਹੁਣ ਜਿਹੜੀਆਂ ਇਹਦੇ ਵਿੱਚ 4 ਇੱਕ ਲੈਂਗੁਏਜ ਦੇ ਲਈ ਜ਼ਰੂਰੀ ਹੁੰਦੀਆਂ ਨੇ ਸਕਿੱਲਸ, ਲਿਸਨਿੰਗ, ਸਪੀਕਿੰਗ, ਰੀਡਿੰਗ ਅਤੇ ਰਾਈਟਿੰਗ।
इन सारिਆਂ ਨੂੰ ਇਕੁਅਲੀ ਐਮਫਸਾਈਜ਼ ਕਰਨਾ, ਪੂਰਾ ਸਾਰਿਆਂ ਦੇ ਉੱਪਰ ਉਨਾ ਹੀ ਜ਼ੋਰ ਦੇਣਾ। ਈਚ ਆਸਪੈਕਟਸ ਹੈਜ਼ ਇਟਸ ਓਨ ਇੰਪੋਰਟੈਂਸ। ਜਿੰਨੇ ਵੀ ਆਸਪੈਕਟਸ ਨੇ ਇਹ ਸਾਰਿਆਂ ਦੀ ਆਪਣੀ ਆਪਣੀ ਇੰਪੋਰਟੈਂਸ ਹੈ। देखो लिसनिंग भी ज़रूरी है, स्पीकिंग भी, रीडिंग भी, दैन राइटिंग भी। इट इज़ नॉट प्रॉपर इफ अ टीचर टीचर्स ग्रामर एंड इगनोर्स अदर थिंग्स। हुण जेकर एक टीचर ग्रामर नूं टीच कर रहा है बट जिहड़ियां अदर थिंग्स ने उन्होंने इग्नोर कर रहा है, दैन इट विल नॉट बी बेटर। इन द सेम वे एम्फेसिस ऑन रिटन वर्क अलोन डज नॉट हैल्प मच। हुण जेकर असीं बच्चों नूं इकल्ला रिटन वर्क कराउने आ तां ये भी बच्चों के लिए ज़्यादा बैटर नहीं रहेगा। नैक्सट इज़ एक्यूरेसी एंड करैक्टनैस। एक्यूरेसी भी होनी जरूरी है जदों असीं बच्चे नूं पढ़ाउणा है। एक्यूरेसी दे नाल नाल जिहड़ी करैक्टनैस है मीनस सही होवे, इह नाल जिहड़े बच्चे ने असीं उहनां नूं पूरे वधिया ढंग दे नाल जिहड़ा काम ओह करवा सकदे हां। द इनएक्यूरेट हैबिट्स ऑफ लैंगुएज लर्निंग स्पॉयल द होल प्रोसैस ऑफ टीचिंग लर्निंग। हुण जेकर उहदे विच एक्यूरेसी नहीं होएगी, मीनस इनएक्यूरेट हैबिट्स होणगीਆਂ लैंगुएज लर्निंग दीआं, तां बच्चे दा सारा जिहड़ा टीचिंग लर्निंग प्रोसैस आ ओह खराब हो जाएगा। Moreover, the wrong habits of pronunciation, spellings and writing once formed cannot be easily undone। हुण जेकर कोई बच्चे दी pronunciation है गलत है, spelling बच्चा गलत लिखदा है, जां उहदी writing form है जिहड़ी ओह अच्छी नहीं, तां असीं उहनूं इक्कोदम improve नहीं कर सकदे। So the teacher must allow the accurate patterns of pronunciation and speech। The teacher should know the accurate forms, structures and the pronunciation। Next है habit formation। लैंगुएज लर्निंग इज़ essentially हैबिट फॉर्मिंग प्रोसैस ड्यूरिंग विच वी एक्वायर न्यू हैबिट्स। हुण जदों असीं कोई भी लैंगुएज नूं सिੱਖਦੇ ਹਾਂ ਤਾਂ ਜਿਹੜੀਆਂ न्यू हैबिट्स ने वो भी एक्वायर कीतियां ਜਾਂਦੀਆਂ ਨੇ। वाइल लर्निंग अ लैंगुएज हैबिट फॉर्मेशन इज़ वैरी इंपॉर्टेंट एंड वैन हैबिट्स आर फॉर्मड लैंगुएज लर्निंग बिकम्स ऑटोमैटिक। जदों ਜਿਹੜੀਆਂ हैबिट्स ने वो किसी रूप ਦੇ ਵਿੱਚ ਆ ਜਾਂਦੀਆਂ ਨੇ, ਬੱਚਾ ਗ੍ਰਹਿਣ ਕਰ ਲੈਂਦਾ, ਤਾਂ ਜਿਹੜੀ लैंगुएज ਆ ਬੱਚਾ ਆਟੋਮੈਟਿਕਲੀ ਲਰਨ ਕਰ ਲੈਂਦਾ। ਹੁਣ ਇਨ ਕੇਸ ਆਫ ਇੰਗਲਿਸ਼, in case of learning English as a second language, new habits have to be formulated। क्योंकि ਜਿਹੜੀ ਅਸੀਂ ਮਦਰ ਟੰਗ ਡੇਲੀ ਰੂਟੀਨ ਦੇ ਵਿੱਚ ਯੂਜ਼ ਕਰਦੇ ਹਾਂ ਉਹਦੇ ਨਾਲੋਂ ਇਹ ਡਿਫਰੈਂਟ ਹੋ ਜਾਂਦੀ ਹੈ। ਇਸ ਕਰਕੇ ਇਹਦੇ ਲਈ ਜਿਹੜੀ ਹੈਬਿਟ ਫਾਰਮੇਸ਼ਨ ਆ ਉਹ ਉਹਦੇ ਦੀ ਬਣਾਈ ਜਾਣੀ ਚਾਹੀਦੀ ਹੈ। ਨੈਕਸਟ ਇਜ਼ ਕੰਟਰੋਲਡ ਵੋਕੈਬਲਰੀ। ਕੰਟਰੋਲਡ ਵੋਕੈਬਲਰੀ ਮੀਨਸ ਕਿ ਜੋ ਬੱਚਾ ਰੂਟੀਨ ਦੇ ਵਿੱਚ ਯੂਜ਼ ਕਰ ਰਿਹਾ ਵਰਡਸ, ਉਹਨਾਂ ਦੇ ਉੱਪਰ ਜਿਹੜੇ ਜ਼ਿਆਦਾ ਉਹਨਾਂ ਨੂੰ ਪ੍ਰਾਇਓਰਟੀ ਦੇਣੀ ਹੈ, ज़्यादा उन्होंने इंपॉर्टेंस देनी है। The students can learn easily that words those are used in daily life। So the teacher, when he is teaching English, then he should take care of controlled vocabulary। Next is coordination। Coordination is must। This principle is also should be taken in mind when the teacher is teaching English language। Coordination between teacher and students, then in also coordination between language and mother tongue, English and mother tongue। The teacher can teach better with the help of mother tongue, the second language like English। Next is principle of activity। Learning of language can be made easier and faster if the students are actively involved in the teaching learning process। It means कि ਜਿਹੜੇ ਬੱਚੇ ਨੇ ਉਹਨਾਂ ਦਾ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਐਕਟਿਵਲੀ ਪਾਰਟਿਸਿਪੇਸ਼ਨ ਹੋਣੀ ਉਹਨਾਂ ਦੀ ਜ਼ਰੂਰੀ ਹੈ। The teacher should organize different types of activities in the classroom so the students can participate and can learn the language effectively। The teacher should use teaching aids। He can organize some types of games, competitions, debates from time to time। This would lead to better understanding of language। Dear students, in this video is our topic was basic linguistic principles। Thanks for watching।